पंजाब में कोरोना वायरस की मौजूदा हालात के मद्देनजर पंजाब सरकार ने कर्फ्यू का ऐलान कर दिया है और जिसमें कोई भी ढील नहीं दी जाएगी। वजीर आला कैप्टन अमरिंदर सिंह ने पंजाब के डीजीपी और चीफ सेक्रेटरी के साथ रिव्यू मीटिंग करने के बाद यह फैसला लिया है। सभी जिलों के डिप्टी कमिश्नर्स को इस ताल्लुक से नोटिस भी जारी करने की हिदायत दी गई है। सीएम ने साफ किया है कि अगर किसी को कोई काम जरूरी पड़ता है तो उसे ढील दी जा सकती है, लेकिन वो सिर्फ एक तय वक्त के लिए। पंजाब 'ਚ ਕਰਫਿਊ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕੁਝ ਹੀ ਮਿੰਟ ਪਹਿਲਾਂ ਜਿਹੜਾ ਹੈ ਉਹ ਪੰਜਾਬ ਸਰਕਾਰ ਵੱਲੋਂ ਇਹ ਆਰਡਰ ਪਾਸ ਕੀਤਾ ਗਿਆ ਸੀ ਕਿ ਕਰਫਿਊ ਜਿਹੜਾ ਹੈ ਉਹ ਪੰਜਾਬ 'ਚ ਲਾਇਆ ਜਾਏਗਾ। ਇਸ ਵਕਤ ਅਸੀਂ ਚੰਡੀਗੜ੍ਹ ਤੇ ਮੋਹਾਲੀ ਦੇ ਬਾਰਡਰ 'ਚ ਖੜੇ ਹਾਂ ਤੇ ਉਸੇ ਸਮੇਂ ਤੋਂ ਤੁਸੀਂ ਦੇਖ ਸਕਦੇ ਹੋ ਮੋਹਾਲੀ ਪੁਲਿਸ ਜਿਹੜੀ ਹੈ ਉਹ ਬਾਰਡਰ ਤੇ ਪਹੁੰਚ ਗਈ ਹੈ। ਬਾਰਡਰ ਨੂੰ ਸੀਲ ਕੀਤਾ ਜਾ ਰਿਹਾ ਹੈ ਤੇ ਗੱਡੀਆਂ ਨੂੰ ਰੋਕ ਕੇ ਵਾਪਸ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਤੇ ਜਿਹਦਾ ਵੀ ਕੋਈ ਰਜਿਸਟ੍ਰੇਸ਼ਨ ਜਾਂ ਫਿਰ ਕੋਈ ਲਾਇਸੈਂਸ ਜਿਹੜਾ ਹੈਗਾ ਜਿਹੜਾ ਵਿਅਕਤੀ ਮੋਹਾਲੀ 'ਚ ਰਹਿੰਦਾ ਉਹਨੂੰ ਜਾਣ ਦਿੱਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਘਰ ਚੋਂ ਬਾਹਰ ਨਾ ਨਿਕਲਣ। ਇਸ ਵਕਤ ਲਈ ਜਿਹੜਾ ਹੈ ਉਹ ਆਪਣੇ ਘਰ ਜਾ ਸਕਦੇ ਨੇ। ਜਿਹੜਾ ਵੀ ਸਰ ਸਭ ਤੋਂ ਪਹਿਲਾਂ ਐਸਐਚਓ ਸਾਹਿਬ ਤੁਹਾਡੇ ਨਾਲ ਗੱਲ ਕਰ ਲੈਂਦੇ ਆ। ਕੋਈ ਜੇ ਇੱਥੇ ਮਿਲਦਾ ਕੋਈ ਇਹੋ ਜਿਹਾ ਕੋਈ ਚੰਡੀਗੜ੍ਹ ਤੋਂ ਆਇਆ ਹੋਇਆ ਵਿਅਕਤੀ ਉਹਨੂੰ ਵਾਪਸ ਭੇਜਿਆ ਜਾ ਰਿਹਾ ਹੈ? ਜਿਹੜਾ ਕੋਈ ਰੈਜ਼ੀਡੈਂਸ ਚੰਡੀਗੜ੍ਹ ਦਾ ਉਹਨੂੰ ਵਾਪਸ ਦੇਖੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜੋ ਵੀ ਲੋਕ ਨੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਜਿੰਨੇ ਵੀ ਜ਼ਿਆਦਾ ਲੋਕ ਇਹ ਸਿਰਫ ਇੱਥੇ ਦਾ ਹਾਲ ਨਹੀਂ, ਜਿੰਨੇ ਵੀ ਚੰਡੀਗੜ੍ਹ ਤੇ ਮੋਹਾਲੀ ਦੇ ਬਾਰਡਰ ਨੇ ਉਹਨਾਂ ਨੂੰ ਸਾਰਿਆਂ ਨੂੰ ਸੀਲ ਕਰਤਾ ਗਿਆ ਤੇ ਇਸੇ ਤਰੀਕੇ ਨਾਲ ਜਿਹੜਾ ਹੈ ਉਹ ਰੋਕਿਆ ਜਾ ਰਿਹਾ ਹੈ ਤੇ ਪੁੱਛ ਰਹੇ ਨੇ ਕਿ ਕਿੱਥੇ ਰਹਿੰਦੇ ਨੇ। ਜੇ ਮੋਹਾਲੀ ਖਰੜ ਦੇ ਇਲਾਕੇ 'ਚ ਰਹਿੰਦੇ ਨੇ ਤਾਂ ਜਾ ਸਕਦੇ ਨੇ। ਜੇ ਚੰਡੀਗੜ੍ਹ ਤੋਂ ਜਾਂ ਫਿਰ ਪੰਚਕੂਲੇ ਤੋਂ ਇਹ ਲੋਕ ਪਹੁੰਚੇ ਨੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਦੱਸ ਦਿੱਤਾ ਗਿਆ ਕਿ ਕਰਫਿਊ ਜਿਹੜਾ ਹੈ ਉਹ ਲੱਗ ਚੁੱਕਿਆ। ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਪੁਲਿਸ ਦੀ ਟੀਮ ਵੀ ਜਿਹੜੀ ਹੈ ਉਹ ਇੱਥੇ ਮੌਜੂਦ ਹੈ। ਉਹ ਵੀ ਇਸ ਚੀਜ਼ ਨੂੰ ਚੈੱਕ ਕਰ ਰਹੀ ਹੈ ਕਿ ਜਿਹੜੇ ਰੈਜ਼ੀਡੈਂਟ ਇੱਥੇ ਪਹੁੰਚੇ ਨੇ ਚੰਡੀਗੜ੍ਹ ਦੇ ਨੇ ਤਾਂ ਹੀ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ, ਨਹੀਂ ਤਾਂ ਜਿਹੜੇ ਮੋਹਾਲੀ ਦੇ ਲੋਕ ਨੇ ਉਹ ਚੰਡੀਗੜ੍ਹ ਨਹੀਂ ਜਾ ਸਕਦੇ, ਜਿਹੜੇ ਚੰਡੀਗੜ੍ਹ ਦੇ ਲੋਕ ਨੇ ਉਹ ਮੋਹਾਲੀ ਨਹੀਂ ਜਾ ਸਕਦੇ। ਇੱਥੇ ਅਸੀਂ ਜਿਹੜੇ ਡੀਐਸਪੀ ਰਮਨਦੀਪ ਨੇ ਉਹਨਾਂ ਨਾਲ ਵੀ ਗੱਲ ਕਰ ਰਹੇ ਨੇ, ਉਹ ਇੰਚਾਰਜ ਨੇ ਫਿਲਹਾਲ ਇੱਥੇ ਲੋਕਾਂ ਨਾਲ ਜਿਹੜੀ ਗੱਲਬਾਤ ਕਰ ਰਹੇ ਨੇ, ਉਹਨਾਂ ਤੋਂ ਆਈਡੀ ਕਾਰਡਸ ਲੈ ਰਹੇ ਨੇ। ਰਮਨ ਜੀ ਸਭ ਤੋਂ ਪਹਿਲਾਂ ਕਿਉਂਕਿ ਆਈਡੀ ਕਾਰਡ ਚੈੱਕ ਕਰ ਰਹੇ ਹੋ, ਫਿਲਹਾਲ ਜਿਹੜੇ ਮੋਹਾਲੀ ਦੇ ਰੈਜ਼ੀਡੈਂਟ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ? ਮੋਹਾਲੀ ਉਹਨਾਂ ਨੂੰ ਘਰੇ ਜਾਣ ਲਈ ਅਸੀਂ ਲੋਕ ਕਰ ਰਹੇ ਹਾਂ। ਜਿਹੜਾ ਵੀ ਘਰੇ ਉਸ ਤੋਂ ਬਾਅਦ ਇਹ ਸਲਾਹ ਵੀ ਦਿੱਤੀ ਜਾ ਰਹੀ ਕਿ ਬਾਹਰ ਨਿਕਲਣ। ਉਸ ਤੋਂ ਬਾਅਦ ਉਹ ਦੱਸਿਆ ਜਾ ਰਿਹਾ ਵੀ 100% ਕਰਫਿਊ ਲੱਗ ਚੁੱਕਿਆ ਹੈ। 100% ਕਰਫਿਊ ਜਿਹੜਾ ਹੈ ਉਹ ਲਾ ਦਿੱਤਾ ਗਿਆ ਹੈ ਤੇ ਇਸੇ ਤਰੀਕੇ ਨਾਲ ਜਿਹੜਾ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ। ਫਿਲਹਾਲ ਜੋ ਵੀ ਲੋਕ ਮੋਹਾਲੀ ਰਹਿੰਦੇ ਨੇ ਉਹਨਾਂ ਨੂੰ ਐਂਟਰੀ ਅਲਾਉਡ ਹੈ, ਪਰ ਨਾਲ ਦੇ ਨਾਲ ਚੈਕਿੰਗ ਜ਼ਰੂਰ ਕੀਤੀ ਜਾ ਰਹੀ ਹੈ, ਕਾਗਜ਼ ਪੱਤਰ ਚੈੱਕ ਕਰ ਰਹੇ ਜਾ ਰਹੇ ਨੇ। ਪਰ ਉਸ ਤੋਂ ਬਾਅਦ ਕੁਝ ਹੀ ਦੇਰ 'ਚ ਜਿਹੜਾ ਹੈ ਉਹ ਪੂਰੇ ਮੋਹਾਲੀ ਨੂੰ ਬੰਦ ਕਰ ਦਿੱਤਾ ਜਾਏਗਾ। ਕਰਫਿਊ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਨਾਲ ਦੇ ਨਾਲ ਚੰਡੀਗੜ੍ਹ 'ਚ ਵੀ ਇਸੇ ਤਰੀਕੇ ਦਾ ਜਿਹੜਾ ਹੈ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਉੱਥੇ ਲੋਕਡਾਊਨ ਕਰ ਦਿੱਤਾ ਗਿਆ ਸੀ, ਪਰ ਅਜੇ ਤੱਕ ਕਰਫਿਊ ਦੀ ਇਹੋ ਜਿਹੀ ਕੋਈ ਜਾਣਕਾਰੀ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਹੈ। ਕੈਮਰਾਮੈਨ ਪ੍ਰਦੀਪ ਦੇ ਨਾਲ ਬਜ਼ਮ वर्मा, जी मीडिया, चंडीगढ़। तो मुल्क के 75 जिलों में कोरोना वायरस से बचने के लिए लॉकडाउन कर दिया गया है और इसके तहत पूरी दिल्ली, उत्तर प्रदेश के 16 जिले, मध्य प्रदेश के 10 जिलों समेत मुल्क के बाकी 50 जिलों में लॉकडाउन करने का फैसला लिया गया है। उत्तर प्रदेश के 16 जिलों में लॉकडाउन करने के बाद अब कहा जा रहा है कि 23 मार्च से 25 मार्च तक इसकी म्याद रहेगी और इसके अलावा मध्य प्रदेश में यह लॉकडाउन 1 से 3 दिन तक रहेगा। इसके साथ ही मगरबी बंगाल में 27 मार्च की शाम 5 बजे तक लॉकडाउन करने का फैसला लिया गया है, तो वहीं दिल्ली में 31 मार्च तक लॉकडाउन रहेगा। बता दें कि पूरे मुल्क में कोरोना से मरने वालों की तादाद का आदाद शुमार 8 पहुंच चुका है, जबकि मुतासिर लोगों की तादाद 421 हो गई है, जबकि बिहार और गुजरात में एक एक मरीज की भी मौत हो चुकी है।